ਹੈਲੋ ਸਟੂਡੈਂਟਸ, ਅੱਜ ਦੀ ਇਸ ਵੀਡੀਓ 'ਚ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਕਿ ਤੁਸੀਂ ਆਪਣੀ ਵੀਜ਼ਾ ਐਪਲੀਕੇਸ਼ਨ ਨੂੰ ਕਿਸ ਤਰ੍ਹਾਂ ਸਟਰੋਂਗ ਕਰ ਸਕਦੇ ਹੋ। ਨਾਰਮਲੀ ਅਸੀਂ ਕਈ ਵਾਰੀ ਵੇਖਦੇ ਹਾਂ ਕਿ ਬੜੇ ਅਨਫੋਰਚੂਨੇਟ ਇਨਸੀਡੈਂਟ ਹੁੰਦੇ ਨੇ ਕਿ ਬੱਚੇ ਦਾ ਅਕੈਡਮਿਕ ਸਕੋਰ ਵੀ ਠੀਕ ਹੈ, ਸਾਰਾ ਕੁਝ ਹੀ ਵਧੀਆ ਹੈ, ਪਰ ਉਹਦੇ ਬਾਵਜੂਦ ਵੀ ਬੱਚੇ ਦਾ ਵੀਜ਼ਾ ਜਿਹੜਾ ਹੈ ਉਹ ਡਿਕਲਾਈਨ ਹੋ ਜਾਂਦਾ ਹੈ। ਸੋ ਅੱਜ ਦੀ ਇਸ ਵੀਡੀਓ 'ਚ ਮੈਂ ਗੱਲ ਕਰਾਂਗਾ ਕਿ ਕਿਹੜੇ ਪੁਆਇੰਟਸ ਨੇ ਜਿਹੜੇ ਵੀਜ਼ਾ ਆਫਿਸਰ ਦੇਖਦੇ ਨੇ ਜਾਂ ਕਿਹੜੇ ਪੁਆਇੰਟਸ ਨੇ ਜਿਹੜੇ ਬੱਚਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਆਪਣੀ ਫਾਈਲ ਪ੍ਰਿਪੇਅਰ ਕਰਨ ਵੇਲੇ। ਠੀਕ ਹੈ, ਤੁਸੀਂ ਹਰ ਬੱਚਾ ਜਿਹੜਾ ਹੈ, ਅਗਰ ਪੰਜਾਬ ਦੀ ਗੱਲ ਕਰੀਏ ਤੇ 95% ਬੱਚੇ ਜਿਹੜੇ ਨੇ ਉਹ ਕਿਸੇ ਨਾ ਕਿਸੇ ਏਜੰਟ ਦੀ ਹੈਲਪ ਲੈਂਦੇ ਨੇ ਔਰ ਏਜੰਟ ਵੀ ਜਿਹੜਾ ਹੈ ਆਪਣੀ ਸਪੈਸ਼ਲਾਈਜੇਸ਼ਨ ਦੇ ਮੁਤਾਬਕ ਉਸ ਐਪਲੀਕੇਸ਼ਨ ਨੂੰ ਸਟਰੋਂਗ ਕਰਨ ਦੀ ਕੋਸ਼ਿਸ਼ ਕਰਦਾ ਹੈ। ਪਰ ਫਿਰ ਵੀ ਕੁਝ ਗੱਲਾਂ ਨੇ ਜਿਹੜੀ ਏਜੰਟ ਤੋਂ ਇਲਾਵਾ ਬੱਚੇ ਨੂੰ ਪਤਾ ਹੋਣੀ ਚਾਹੀਦੀਆਂ ਨੇ ਔਰ ਬੱਚਾ ਉਹਨਾਂ ਚੀਜ਼ਾਂ ਦੇ ਉੱਪਰ ਧਿਆਨ ਦੇਵੇ ਤਾਂ ਕਿ ਉਹ ਜਿਹੜੀ ਫਾਈਲ ਹੈ ਉਹਦੀ ਸਟਰੋਂਗ ਹੋ ਸਕੇ। ਸੋ ਉਹਦੇ ਵਿੱਚ 4-5 ਚੀਜ਼ਾਂ ਨੇ ਜਿਹੜੀਆਂ ਮੈਂ ਮੇਨ ਡਿਸਕਸ ਕਰਾਂਗਾ। ਵੈਸੇ ਤੇ ਕਾਫੀ ਜਿਹੜੇ ਅਸੀਂ ਦਵੇਸਰ ਦੇ ਉੱਪਰ ਫਾਈਲ ਤਿਆਰ ਕਰਦੇ ਹਾਂ ਤਾਂ ਅਸੀਂ ਕਾਫੀ ਫੈਕਟਰਸ ਨੇ, ਕਰੀਬਨ ਅਸੀਂ 18-19 ਫੈਕਟਰ ਨੇ ਜਿਹਦੇ ਤੇ ਵਰਕ ਕਰਕੇ ਬੱਚੇ ਦੀ ਜਿਹੜੀ ਫਾਈਲ ਆ ਉਹ ਅਸੀਂ ਤਿਆਰ ਕਰਦੇ ਹਾਂ ਔਰ ਇਸੇ ਕਰਕੇ ਸਾਡਾ ਸਕਸੈਸ ਰੇਟ ਜਿਹੜਾ ਹੈ ਇਟਸ ਅਰਾਊਂਡ 99-98%। ਬਟ ਕੁਝ ਗੱਲਾਂ ਨੇ ਜਿਹੜੇ ਅਗਰ ਤੁਸੀਂ ਕਿਸੇ ਹੋਰ ਏਜੰਟ ਕੋਲ ਫਾਈਲ ਲਾ ਰਹੇ ਹੋ ਤੇ ਐਜ਼ ਅ ਸਟੂਡੈਂਟ ਉਹ ਚੀਜ਼ਾਂ ਧਿਆਨ ਜ਼ਰੂਰ ਰੱਖੋ। ਯੂ ਮਸਟ ਕੀਪ ਅ ਪ੍ਰੋਪਰ ਚੈੱਕ ਔਨ ਦੋਜ਼ ਪੁਆਇੰਟਸ। ਪਹਿਲਾ ਪੁਆਇੰਟ ਤੇ ਤੁਹਾਡਾ ਹੈ ਇੰਗਲਿਸ਼ ਪ੍ਰੋਫੀਸ਼ੀਐਂਸੀ। ਕਈ ਵਾਰੀ ਅਸੀਂ ਐਡ ਦੇਖਦੇ ਹਾਂ ਕਿ ਵਿਦਆਊਟ ਆਈਲਟਸ ਕੈਨੇਡਾ ਜਾਓ, ਵਿਦਆਊਟ ਆਈਲਟਸ ਆਸਟ੍ਰੇਲੀਆ ਜਾਓ, ਜਾਂ ਤੁਸੀਂ 5.5 ਬੈਂਡ ਦਾ 2 ਤੋਂ 5.5 ਨੇ ਜਾਓ। ਨਹੀਂ, ਇੰਗਲਿਸ਼ ਪ੍ਰੋਫੀਸ਼ੀਐਂਸੀ ਜਿਹੜੀ ਹੈ ਉਹ ਬੜਾ ਇੰਪੋਰਟੈਂਟ ਪੁਆਇੰਟ ਹੈ ਜਿਹੜਾ ਵੀਜ਼ਾ ਆਫਿਸਰ ਦਿਮਾਗ 'ਚ ਰੱਖਦਾ ਹੈ ਵੀਜ਼ਾ ਦੇਣ ਵੇਲੇ। ਜਦੋਂ ਤੁਸੀਂ ਆਪਣੀ ਫਾਈਲ ਲਗਾਣੀ ਹੈ ਤੇ ਉਸ ਤੋਂ ਪਹਿਲਾਂ ਮੇਕ ਸ਼ੋਰ ਕਿ ਤੁਹਾਡੀ ਐਪਲੀਕੇਸ਼ਨ ਜਿਹੜੀ ਹੈ ਉਹ 6 ਈਚ ਦੇ ਨਾਲ ਲੱਗੇ। ਅਗਰ ਤੁਹਾਡੇ ਬੈਂਡ 6 ਈਚ ਨੇ ਜਾਂ 6 ਤੋਂ ਜ਼ਿਆਦਾ ਨੇ ਤੇ ਤੁਹਾਡਾ ਵੀਜ਼ਾ ਮਿਲਣ ਦੇ ਚਾਂਸਸ ਬਹੁਤ ਜ਼ਿਆਦਾ ਹੋ ਜਾਂਦੇ ਨੇ, ਕਿਉਂਕਿ ਇੱਕ ਤੁਹਾਡੀ ਐਪਲੀਕੇਸ਼ਨ ਅਪਲਾਈ ਹੁੰਦੀ ਹੈ ਅੰਡਰ SDS ਕੈਟਾਗਰੀ। ਅੰਡਰ SDS ਕੈਟਾਗਰੀ ਦੇ ਵਿੱਚ ਸਕਸੈਸ ਰੇਟ ਜਿਹੜਾ ਹੈ ਹਮੇਸ਼ਾ ਹੀ ਬਿਹਤਰ ਰਹਿੰਦਾ ਹੈ। ਸੋ ਅਗਰ ਬੱਚੇ ਨੇ ਇੱਕ ਵਾਰੀ ਅਟੈਂਪਟ ਕੀਤਾ ਆਈਲਟਸ ਨਹੀਂ ਗੱਲ ਬਣੀ, ਉਹ ਦੂਸਰੀ ਦੇ ਦਿਓ, ਤੀਸਰੀ ਦੇ ਦਿਓ, ਬਟ ਕੋਸ਼ਿਸ਼ ਕਰੋ ਕਿ ਜਿਹੜਾ ਤੁਸੀਂ ਆਪਣਾ ਵੀਜ਼ਾ ਹੈ ਉਹ ਅੰਡਰ SDS ਕੈਟਾਗਰੀ 'ਚ ਲਗਾਓ। ਦੂਸਰੇ ਪਾਸੇ ਆ ਜਾਂਦਾ ਹੈ ਕਿ ਨੌਨ SDS ਕੈਟਾਗਰੀ। ਕਈ ਵਾਰੀ ਬੱਚੇ ਨੇ 1-2-3 ਦਿਨ ਟੈਸਟ ਦਿੱਤਾ, ਉਹਦੇ ਕਿਸੇ ਨਾ ਕਿਸੇ ਕਾਰਨ ਇੱਕ ਦੇ ਵਿੱਚ 5.5 ਬੈਂਡ ਆ ਜਾਂਦੇ ਨੇ। Still nothing to worry. We have got many visas with 5.5 in one module. But 2 ਚੋਂ ਨੇ 5.5 ਨੇ ਜਾਂ 3 ਚੋਂ 5.5 ਨੇ, ਫਿਰ ਲਗਾ ਲਓ ਫਾਈਲ ਜੇ ਤੁਸੀਂ 4-5 ਵਾਰੀ ਟੈਸਟ ਦੇ ਚੁੱਕੇ ਹੋ, ਬਟ ਅਵੋਇਡ ਰਿਸਕ। ਕਈ ਵਾਰੀ ਬੱਚੇ ਤੁਹਾਨੂੰ ਇੱਕ ਸਵਾਲ ਪੁੱਛਦੇ ਨੇ, ਬੜਾ ਇੰਪੋਰਟੈਂਟ ਸਵਾਲ, ਕਿ ਸਰ ਜੀ ਅਸੀਂ ਕੈਨੇਡਾ ਜਾਣਾ ਹੈ, ਪੀਟੀ ਕਰੀਏ ਕਿ ਆਇਲਟਸ ਕਰੀਏ। ਜਿਹੜੇ ਬੱਚਿਆਂ ਨੇ ਪੀਟੀ ਕਰਕੇ ਸਾਨੂੰ ਆਉਂਦੇ ਸੀ ਉਹਨਾਂ ਦੀ ਫਾਈਲ ਲਗਾ ਦਿੰਦੇ ਆ, ਅਸੀਂ ਵੀਜ਼ਾ ਲੈ ਲੈਂਦੇ ਆ, ਕਾਫੀ ਹੱਦ ਤੱਕ ਵੀਜ਼ਾ ਆ ਜਾਂਦੇ ਨੇ। ਪਰ ਜਿਹੜੇ ਬੱਚਿਆਂ ਨੇ ਅਜੇ ਡਿਸਾਈਡ ਕਰਨਾ ਹੈ ਕਿ ਅਸੀਂ ਆਇਲਟਸ ਕਰੀਏ ਕਿ ਪੀਟੀ ਕਰੀਏ, ਮੈਂ ਕਹਾਂਗਾ ਜੇ ਤੁਸੀਂ ਕੈਨੇਡਾ ਜਾਣਾ ਹੈ ਤੇ ਸਿਰਫ ਆਇਲਟਸ ਕਰੋ, ਫਿਰ ਪੀਟੀਐਲ ਨਾ ਦਿਓ। ਲੇਕਿਨ ਪੀਟੀ ਦੀ ਜਿਹੜੀ ਟੀਮ ਹੈ ਉਹ ਹਾਲ ਦੀ ਘੜੀ ਲੱਗੀ ਹੋਈ ਹੈ ਕੈਨੇਡਾ ਐਮਬੈਸੀ ਨਾਲ ਗੱਲ ਕਰਨ ਵਾਸਤੇ, ਸ਼ਾਇਦ ਪੀਟੀ ਵੀ SDS ਕੈਟਾਗਰੀ ਦੇ ਵਿੱਚ ਆ ਜਾਣ, ਪਰ ਐਟ ਦਾ ਮੋਮੈਂਟ ਪੀਟੀ ਜਿਹੜੀ ਫਾਈਲ ਹੈ ਉਹ ਨੌਨ SDS ਕੈਟਾਗਰੀ ਦੇ ਵਿੱਚ ਲੱਗਦੀ ਹੈ। ਸੋ ਅਵੋਇਡ ਪੀਟੀ। ਬਟ ਜਿਹੜੇ ਬੱਚੇ ਕਰ ਲੈਂਦੇ ਨੇ ਜਾਂ ਆਇਲਟਸ ਨਹੀਂ ਕੁਆਲੀਫਾਈ ਕਰ ਰਹੇ ਹੋ, ਪੀਟੀ 'ਚ ਅੱਛਾ ਸਕੋਰ ਲੈ ਲਓ ਤਾਂ ਤੁਹਾਡੇ ਵੀਜ਼ਾ ਦੇ ਚਾਂਸਸ ਬਿਹਤਰ ਹੋ ਜਾਂਦੇ ਨੇ। ਪਹਿਲੀ ਗੱਲ। ਦੂਸਰਾ ਜਿਹੜਾ ਹੈ, ਅਗਰ ਮੈਂ ਗੱਲ ਕਰਾਂ ਤੁਹਾਡੇ ਸੈਕੰਡ ਪੁਆਇੰਟ ਦਾ ਤੁਹਾਨੂੰ ਖਿਆਲ ਰੱਖਣਾ ਚਾਹੀਦਾ ਹੈ ਉਹ ਕੋਰਸ ਮੈਚਿੰਗ ਦੀ। ਕੋਰਸ ਸਿਲੈਕਸ਼ਨ ਜਿਹੜਾ ਹੈ ਵੀ ਤੁਹਾਡਾ ਕੋਰਸ ਜਿਹੜਾ ਹੈ ਉਹ ਇੱਕ ਤੇ ਪ੍ਰੀਵੀਅਸ ਸਟੱਡੀ ਨਾਲ ਮੈਚ ਕਰਦਾ ਹੋਵੇ, ਕਿ ਜਿਹੜੇ ਤੁਸੀਂ ਪੁਰਾਣੇ +2 ਦੇ ਵਿੱਚ ਜਾਂ ਗ੍ਰੈਜੂਏਸ਼ਨ ਦੇ ਵਿੱਚ ਸਬਜੈਕਟਸ ਪੜ੍ਹੇ ਨੇ ਉਹ ਤੁਹਾਡੇ ਕੋਰਸ ਜਿਹੜੇ ਨੇ ਉਹ ਜਿਹੜਾ ਤੁਸੀਂ ਨਵਾਂ ਸਬਜੈਕਟ ਨਵਾਂ ਕੋਰਸ ਲੈ ਰਹੇ ਹੋ ਕੈਨੇਡਾ ਦੇ ਵਿੱਚ ਜਾਂ ਆਸਟ੍ਰੇਲੀਆ ਦੇ ਵਿੱਚ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ, ਦੈਟ ਮਸਟ ਬੀ ਮੈਚਿੰਗ। ਉਹਦਾ ਕੋਰਿਲੇਸ਼ਨ ਜ਼ਰੂਰ ਬਣਦਾ ਹੋਏ, ਕਿਉਂਕਿ ਵੀਜ਼ਾ ਆਫਿਸਰ ਇਹ ਦੇਖਦਾ ਹੈ ਕਿ ਕੀ ਬੱਚਾ ਜਿਹੜਾ ਉੱਥੇ ਕੋਰਸ ਕਰਨ ਜਾ ਰਿਹਾ ਨਵਾਂ, ਉਹਦੀ ਕੈਰੀਅਰ ਪ੍ਰੋਗਰੈਸ਼ਨ ਹੈ ਜਾਂ ਨਹੀਂ ਹੈ। ਅਗਰ ਕੈਰੀਅਰ ਪ੍ਰੋਗਰੈਸ਼ਨ ਹੈ ਤੇ ਦੈਨ ਯੂਰ ਵੀਜ਼ਾ ਚਾਂਸਸ ਆਰ ਔਨ ਦਾ ਬੈਟਰ ਸਾਈਡ। ਸਾਡੇ ਕੋਲ ਕਈ ਪਿੱਛੇ ਇੱਕ ਲੜਕੀ ਸੀਗੀ, ਸ਼ੀ ਹੈਡ ਗॉट 7 ਬੈਂਡਸ ਇਨ ਆਇਲਟਸ, ਉਹਦਾ ਸਕੋਰ ਵੀ 80% ਸੀਗਾ। ਉਹਨੇ ਬੜੀ ਇੱਕ ਵੱਡੀ ਕੰਪਨੀ ਤੋਂ ਫਾਈਲ ਲਗਾਈ ਸੀਗੀ ਔਰ ਸ਼ੀ ਵਾਸ ਡਿਕਲਾਈਨਡ 2 ਟਾਈਮਸ। ਸਾਡੇ ਕੋਲ ਆਈ, ਅਸੀਂ ਦੇਖਿਆ ਤੇ ਉਹ ਸਿਰਫ ਤੇ ਸਿਰਫ ਇੱਕੋ ਗਲਤੀ ਹੋ ਗਈ, ਕਾਉਂਸਲਰ ਕੋ ਹੋ ਗਈ ਜਾਂ ਬੱਚੇ ਨੇ ਜਿੱਦ ਕੀਤੀ ਕਿ ਮੈਨੂੰ ਇਹੋ ਕੋਰਸ ਦਿਓ ਇਸ ਕਾਲਜ ਦੇ ਵਿੱਚ, ਜਦ ਕਿ ਉਹਦਾ ਕੋਰਸ ਜਿਹੜਾ ਸੀਗਾ ਉਹ ਬੱਚੇ ਦਾ ਪ੍ਰੀਵੀਅਸ ਸਟੱਡੀ ਨਾਲ ਮੈਚ ਨਹੀਂ ਸੀ ਕਰ ਰਿਹਾ। ਬਿਲਕੁਲ ਹੀ ਜਿਹੜੇ ਸਬਜੈਕਟ ਪੜ੍ਹੇ ਸੀ ਉਹ ਦੂਸਰੇ ਸੀ, ਉਹ ਡਿਫਰੈਂਟ ਸੀ। ਔਰ SOP ਦੇ ਵਿੱਚ ਵੀ ਉਹ ਐਕਸਪਲੇਨੇਸ਼ਨ ਨਹੀਂ ਸੀ ਦਿੱਤੀ ਗਈ ਕਿ ਬੱਚਾ ਕੋਰਸ ਕਿਉਂ ਚੇਂਜ ਕਰ ਰਿਹਾ ਹੈ। ਤਾਂ ਵੀਜ਼ਾ ਅਫਸਰ ਉੱਥੋਂ ਕਨਵਿੰਸ ਨਹੀਂ ਹੋ ਪਾਇਆ, ਹੀ ਗॉट ਡਿਕਲਾਈਨਡ। ਅਸੀਂ ਬੱਚੇ ਦਾ ਕੋਰਸ ਚੇਂਜ ਕੀਤਾ, ਕੁਝ ਨਹੀਂ ਕੀਤਾ, ਰੈਸਟ ਐਵਰੀਥਿੰਗ ਵਾਸ ਫਾਈਨ। ਅਸੀਂ ਸਿਰਫ ਬੱਚੇ ਦਾ ਕੋਰਸ ਉਹਦੇ ਸਬਜੈਕਟ ਦੇ ਮੁਤਾਬਕ ਲੈ ਕੇ ਦਿੱਤਾ ਐਂਡ ਹੀ ਗॉट ਵੀਜ਼ਾ। ਸੋ ਇਸ ਕਰਕੇ ਤੁਸੀਂ ਕੋਰਸ ਸਿਲੈਕਸ਼ਨ ਜਿਹੜੀ ਹੈ ਉਹ ਜ਼ਰੂਰ ਕਰੋ। ਹਾਂ, ਉਹਦੇ ਵਿੱਚ ਇੱਕ ਗੱਲ ਹੋਰ ਤੁਹਾਨੂੰ ਦੱਸਣਾ ਚਾਹਾਂਗਾ ਕਿ ਕਈ ਵਾਰੀ ਕੀ ਹੁੰਦਾ ਹੈ ਕਿ ਬੱਚੇ ਦੇ ਪਰਸੈਂਟੇਜ 60 ਹੈ ਜਾਂ 65 ਹੈ ਜਾਂ 70 ਹੈ ਜਾਂ ਕਈ ਵਾਰੀ 55 ਵੀ ਹੈ, ਤੇ ਉਹ ਬੱਚੇ ਨੂੰ ਉਦਾਹਰਨ ਤੌਰ ਬੱਚੇ ਦਾ 35 ਜਾਂ 40% ਮਾਰਕਸ ਨੇ ਅਕਾਊਂਟੈਂਸੀ ਦੇ ਵਿੱਚ। ਤੁਸੀਂ ਆਪਾਂ ਕੈਨੇਡਾ ਦੇ ਵਿੱਚ ਜਾਂ ਆਸਟ੍ਰੇਲੀਆ ਤੋਂ ਵੀਜ਼ਾ ਲੈ ਦਿੰਦੇ ਆ, ਕੋਰਸ ਲੈ ਦਿੰਦੇ ਆ ਅਕਾਊਂਟਿੰਗ ਦਾ,
ਜਦੋਂ ਅਕਾਊਂਟਿੰਗ ਦਾ ਕੋਰਸ ਹੀ ਲੈ ਰਹੇ ਹੋ, ਤੁਹਾਡਾ ਸਕੋਰ ਇੱਥੇ ਘੱਟ ਹੈ ਤੇ ਵੀਜ਼ਾ ਅਫਸਰ ਇਸ ਗੱਲ ਨੂੰ ਸੋਚਦਾ ਹੈ ਕਿ ਤੁਹਾਡਾ ਇੱਥੇ ਤੁਸੀਂ ਅਕਾਊਂਟਿੰਗ ਅੱਛੀ ਤਰੀਕੇ ਨਾਲ ਪਰਫਾਰਮ ਨਹੀਂ ਕਰ ਪਾਏ ਅਕਾਊਂਟਿੰਗ ਵਾਲੇ ਸਬਜੈਕਟ ਦੇ ਵਿੱਚ, then how will you perform in Canada? Because education system is entirely different. That's a different. That will be on the more difficult level. ਸੋ ਇਸ ਕਰਕੇ ਉਸ ਗੱਲ ਦਾ ਖਿਆਲ ਰੱਖੋ ਕਿ ਤੁਹਾਡੇ ਕੋਲ ਜਿਹੜਾ ਸਬਜੈਕਟ ਤੁਹਾਡੇ ਸਟਰੋਂਗ ਹੈ ਤੁਹਾਡੀ +2 ਦੇ ਵਿੱਚ, ਤੁਹਾਡੀ ਗ੍ਰੈਜੂਏਸ਼ਨ ਦੇ ਵਿੱਚ, ਜਿਹਦੇ ਤੁਹਾਡੇ ਪਰਸੈਂਟੇਜ ਅੱਛੀ ਹੈ, ਤੁਸੀਂ ਉਹਦੇ ਨਾਲ ਮੈਚਿੰਗ ਕੋਰਸ ਲਓ। ਉਹਦੇ ਨਾਲ ਮੈਚਿੰਗ ਕੋਰਸ ਲਓਗੇ ਤੇ ਤੁਹਾਡਾ ਵੀਜ਼ਾ ਚਾਂਸਸ ਜਿਹੜੇ ਨੇ ਉਹ ਬਹੁਤ ਅੱਛੇ ਹੋ ਜਾਣਗੇ। probability will be very high for you to get visa. So second point ਇਹ ਹੈ। third point ਜਿਹੜਾ ਹੈ ਉਹ ਹੈ statement of purpose, ਜਾਂ ਜਿਹਨੂੰ ਅਸੀਂ ਲੈਟਰ ਆਫ ਇੰਟੈਂਟ ਬੋਲਦੇ ਹਾਂ ਜਾਂ SOP ਬੋਲਦੇ ਹਾਂ। ਸੋ ਸਟੇਟਮੈਂਟ ਆਫ ਪਰਪਸ, ਕਈ ਵਾਰੀ ਬੱਚੇ ਕਹਿੰਦੇ ਨੇ ਸਰ ਜੀ ਮੇਰਾ ਏਜੰਟ ਕਹਿੰਦਾ ਤੁਹਾਡੀ SOP ਲਗਾਣੀ ਨਹੀਂ ਹੈ, ਜ਼ਰੂਰੀ ਨਹੀਂ ਹੈ। ਉਹਦਾ ਏਜੰਟ ਉਹਨੂੰ ਠੀਕ ਕਹਿ ਰਿਹਾ ਹੈ, SOP ਲਗਾਣੀ ਕੰਪਲਸਰੀ ਨਹੀਂ ਹੈ। ਅਗਰ ਕੈਨੇਡਾ ਦੀ ਅਸੀਂ ਗੱਲ ਕਰੀਏ ਤੇ ਚੈੱਕ ਲਿਸਟ ਦੇ ਵਿੱਚ SOP ਜ਼ਰੂਰੀ ਨਹੀਂ ਹੈ। ਹਾਂ, ਆਸਟ੍ਰੇਲੀਆ ਦੇ ਵਿੱਚ ਹੈ, ਨਿਊਜ਼ੀਲੈਂਡ ਦੇ ਵਿੱਚ ਹੈ, ਬਟ ਅਸੀਂ ਜਿੰਨੀਆਂ ਵੀ ਫਾਈਲਾਂ ਲਗਾਉਂਦੇ ਆ ਅਸੀਂ ਬੱਚਿਆਂ ਦੀ SOP ਨਾਲ ਅਟੈਚ ਕਰਦੇ ਆ, ਸਟੇਟਮੈਂਟ ਆਫ ਪਰਪਸ ਅਟੈਚ ਕਰਦੇ ਆ। ਮੈਂ ਬੋਲਣਾ ਚਾਹੁੰਦਾ ਹਾਂ ਇੱਥੇ ਕਿ ਸਟੇਟਮੈਂਟ ਆਫ ਪਰਪਸ ਮੈਂਡੇਟਰੀ ਨਹੀਂ ਹੈ, ਜ਼ਰੂਰੀ ਨਹੀਂ ਹੈ, ਪਰ ਬਹੁਤ ਇੰਪੋਰਟੈਂਟ ਹੈ, ਕਿਉਂਕਿ ਕੈਨੇਡਾ ਦੇ ਵਿੱਚ ਬੱਚੇ ਦੀ ਇੰਟਰਵਿਊ ਨਹੀਂ ਹੁੰਦੀ ਹੈ, ਬਹੁਤ ਘੱਟ ਇੰਟਰਵਿਊ ਹੁੰਦੀ ਹੈ। ਸੋ ਬੱਚੇ ਦੀ ਸਟੇਟਮੈਂਟ ਆਫ ਪਰਪਸ ਹੀ ਹੈ ਜਿਹੜੀ ਵੀਜ਼ਾ ਅਫਸਰ ਨੂੰ ਕਨਵਿੰਸ ਕਰਦੀ ਹੈ ਕਿ ਬੱਚੇ ਨੇ ਇਹੋ ਕੋਰਸ ਕਿਉਂ ਲਿਆ ਹੈ, ਇਹੋ ਕਾਲਜ ਕਿਉਂ ਲਿਆ ਹੈ, ਇਹੋ ਪ੍ਰੋਵਿੰਸ ਕਿਉਂ ਲਈ ਹੈ, ਬੱਚੇ ਨੇ ਅੱਗੇ ਫਿਊਚਰ ਪ੍ਰੋਸਪੈਕਟਸ ਕੀ ਨੇ, ਕੀ ਪਲਾਨ ਨੇ, ਸ਼ਾਰਟ ਟਰਮ ਗੋਲਸ ਕੀ ਨੇ, ਲੌਂਗ ਟਰਮ ਗੋਲਸ ਕੀ ਨੇ। ਸੋ ਇਹ ਸਾਰੀਆਂ ਚੀਜ਼ਾਂ SOP ਹੀ ਦੱਸਦੀਆਂ ਨੇ। ਸੋ SOP ਬੜਾ ਇੰਪੋਰਟੈਂਟ ਪਾਰਟ ਹੈ, ਬਟ SOP ਦੇ ਵਿੱਚ ਵੀ ਕਈ ਵਾਰੀ ਗਲਤੀ ਕੀ ਕਰਦੇ ਨੇ ਬੱਚੇ, ਜਾਂ ਕਈ ਵਾਰ ਬੱਚਿਆਂ ਦੇ ਏਜੰਟ SOP ਲਿਖਦੇ ਨੇ ਕਿ ਉਹ ਕਾਪੀ ਪੇਸਟ ਕਰ ਦਿੰਦੇ ਨੇ ਕਿ ਠੀਕ ਹੈ ਜੀ SOP 2 4 5 ਸਟੈਂਡਰਡ ਬਣਾ ਕੇ ਰੱਖੀ ਹੋਈ ਹੈ, ਨਾਮ ਬਦਲਿਆ, ਕੋਰਸ ਬਦਲਿਆ ਤੇ ਪ੍ਰੈਜ਼ੈਂਟ ਕਰਤੀ। ਦੈਟ ਇਜ਼ ਅਗੇਨ ਰੋਂਗ। SOP should be original, it should not be a copy paste। ਕੋ ਸਟੂਡੈਂਟ ਸਪੈਸੀਫਿਕ ਹੋਣੀ ਚਾਹੀਦੀ ਹੈ, ਕਿਉਂਕਿ ਹਰ ਬੱਚੇ ਦਾ ਇੱਕ ਆਪਣਾ ਕੈਰੀਅਰ ਗੋਲ ਹੈ। ਉਸ ਕੈਰੀਅਰ ਗੋਲ ਦੇ ਮੁਤਾਬਕ ਹੀ ਬੱਚਾ ਜਿਹੜਾ ਹੈ ਉਹ ਆਪਣਾ ਫਿਊਚਰ ਬਣਾ ਸਕਦਾ ਹੈ। ਸੋ ਸਾਨੂੰ ਵੀਜ਼ਾ ਅਫਸਰ ਨੂੰ ਐਕਸਪਲੇਨ ਕਰਨਾ ਬੜਾ ਜ਼ਰੂਰੀ ਹੈ। ਫਿਰ ਕਈ ਵਾਰੀ ਬੱਚੇ ਦੇ ਕਿਸੇ ਸਬਜੈਕਟ ਦੇ ਵਿੱਚੋਂ ਨੰਬਰ ਘੱਟ ਨੇ, ਬੱਚਾ SOP 'ਚ ਦੱਸ ਸਕਦਾ ਹੈ ਕਿ ਇਹ ਸਬਜੈਕਟ ਮੇਰੇ ਨੰਬਰ ਘੱਟ ਕਿਉਂ ਸੀ, ਜਾਂ ਕੋਈ ਬੱਚਾ ਇੱਕ ਬੜਾ ਸੁਪਰ ਸਪੈਸ਼ਲਾਈਜ਼ਡ ਸਬਜੈਕਟ ਲੈ ਰਿਹਾ ਹੈ, ਟੌਪ ਉੱਥੇ ਕੋਰਸ ਲੈ ਰਿਹਾ ਹੈ। ਸੋ ਬੱਚਾ ਕੈਨ ਐਕਸਪਲੇਨ, ਸਟੂਡੈਂਟ ਕੈਨ ਐਕਸਪਲੇਨ ਕਿ ਯੈਸ this is the reason that I am choosing this course in a particular province, in a particular college, in a particular city. So SOP ਨੂੰ ਆਪ ਲਿਖੋ, ओरिजिनल लिखो, ਕਾਪੀ ਪੇਸਟ ਨਾ ਕਰੋ। ਔਰ ਅਗਰ ਤੁਹਾਡਾ ਏਜੰਟ ਤੁਹਾਨੂੰ ਕਹਿੰਦਾ ਹੈ ਕਿ SOP ਦੀ ਲੋੜ ਨਹੀਂ ਹੈ, ਤੁਹਾਨੂੰ ਕਹੋ ਸਰ ਜੀ ਅਟੈਚ SOP ਜਸਟ ਫॉर ਮਾਈ ਸੇਕ। ਨੈਕਸਟ ਜਿਹੜਾ 4th ਪੁਆਇੰਟ ਹੈ ਤੁਹਾਡੀ ਐਪਲੀਕੇਸ਼ਨ ਨੂੰ ਸਟਰੋਂਗ ਕਰਨ ਵਾਸਤੇ, ਉਹ ਹੈ ਜੈਨੂਇਨ ਗੈਪ ਐਕਸਪਲੇਨੇਸ਼ਨ। ਕਈ ਵਾਰੀ ਬੱਚੇ ਕੀ ਕਰਦੇ ਨੇ ਕਿ ਆਪਣੇ ਗੈਪ ਨੂੰ ਪੂਰਾ ਕਰਨ ਵਾਸਤੇ, ਸਿਰਫ 1 ਸਾਲ ਦਾ ਗੈਪ ਹੈ ਜਾਂ 2 ਸਾਲ ਦਾ ਗੈਪ ਹੈ, ਤੇ ਉਹ ਕੰਪਿਊਟਰ ਦਾ ਫੇਕ ਸਰਟੀਫਿਕੇਟ ਬਣਾ ਦਿੰਦੇ ਨੇ ਲਾਗੇ ਕਿਸੇ ਲੋਕਲ ਕੰਪਿਊਟਰ ਸੈਂਟਰ ਤੋਂ। ਸਟੂਡੈਂਟਸ ਨੂੰ ਮੈਂ ਹਦਾਇਤ ਕਰਾਂਗਾ, ਮੈਂ ਬੜੀਆਂ ਰਿਫਿਊਜ਼ਲਸ ਦੇਖੀਆਂ ਨੇ ਜਿਹੜੀਆਂ ਲੋਕਲ ਕੰਪਿਊਟਰ ਸੈਂਟਰ ਕਰਕੇ ਹੋਈਆਂ ਨੇ। ਇਸ ਤਰ੍ਹਾਂ ਨਾ ਕਰੋ। ਸਾਡੇ ਕੋਲ, ਮੈਂ ਆਪਣਾ ਤੁਹਾਨੂੰ ਦਵੇਸਰ ਦੀ ਉਦਾਹਰਨ ਦੇਣਾ, ਪਿੱਛੇ ਮੇਰੇ ਕੋਲ 2 ਬੱਚੇ ਆਏ ਸੀਗੇ। ਇੱਕ ਬੱਚੇ ਨੇ ਦੋਨੋਂ 2018 ਪਾਸ ਆਊਟ ਸੀ। ਸੋ ਉਹਨਾਂ ਦਾ ਜੈਨੂਇਨ ਰੀਜ਼ਨ ਸੀਗਾ ਕਿ ਉਹ ਕਿਸੇ ਕਾਰਨ ਇੱਕ ਨੇ ਮਤਲਬ ਪੜ੍ਹਾਈ ਸ਼ੁਰੂ ਕੀਤੀ, ਪਰ ਉਹ ਵਿੱਚ ਉਹਨਾਂ ਡਿਸਕੰਟੀਨਿਊ ਕਰਤੀ, ਇੰਟਰਸਟ ਨਹੀਂ ਬਣ ਸਕਿਆ ਗ੍ਰੈਜੂਏਸ਼ਨ ਦੇ ਵਿੱਚ ਉਹਨਾਂ ਦਾ। ਇੱਕ ਕਹਿੰਦੇ ਕਿ ਅਸੀਂ ਵੀ ਵਾਂਟ ਟੂ ਅਟੈਚ ਵਟ ਵੀ ਕਾਲ ਸਰਟੀਫਿਕੇਟ, ਕੰਪਿਊਟਰ ਸਰਟੀਫਿਕੇਟ। ਸਾਨੂੰ ਕਿਸੇ ਏਜੰਟ ਨੇ ਕਿਹਾ ਜੀ ਸਰਟੀਫਿਕੇਟ ਲਾ ਦਿਓ, ਸਾਡੇ ਫਰੈਂਡ ਨੇ ਲਾਇਆ ਸੀ, ਉਹਦਾ ਵੀਜ਼ਾ ਆ ਗਿਆ ਸੀ। ਮੈਂ ਕਿਹਾ ਬੇਟਾ ਤੁਹਾਡੇ ਫਰੈਂਡ ਨੇ ਲਗਾਇਆ ਸੀ, ਉਹਦਾ ਵੀਜ਼ਾ ਆ ਗਿਆ ਸੀ, ਪਰ ਤੁਸੀਂ ਉਸ ਦਾ ਨਾ ਕਰੋ, ਦੇयर इज नो ਨੀਡ, ਯੂ ਸ਼ੁਡ ਅਵੋਇਡ ਦੈਟ। ਫੋਰਚੂਨੇਟਲੀ ਇੱਕ ਬੱਚਾ ਸਾਡੇ ਕੋਲ ਸਟੇ ਕਰ ਗਿਆ, ਅਸੀਂ ਉਹਦਾ ਕੁਝ ਐਕਸਪਲੇਨ ਨਹੀਂ ਕੀਤਾ, ਸਿੰਪਲ ਦੱਸਿਆ ਕਿ ਇਹ ਨੇ ਪੜ੍ਹਾਈ ਕੰਟੀਨਿਊ ਕੀਤੀ ਸੀ, ਇਹ ਡਿਸਕੰਟੀਨਿਊ ਕਰ ਲਈ ਕਿਸੇ ਕਾਰਨ ਕਿਉਂਕਿ ਉਹਦਾ ਇੰਟਰਸਟ ਨਹੀਂ ਡਿਵੈਲਪ ਹੋਇਆ। ਦੂਸਰੇ ਨੇ ਕਿਸੇ ਹੋਰ ਏਜੰਟ ਕੋਲ ਫਾਈਲ ਆਈ ਸੀ। ਮੈਂ ਨਹੀਂ ਕਹੂੰਗਾ ਕਿ ਉਹ ਏਜੰਟ ਮਾੜਾ ਸੀ, ਹਰ ਬੰਦਾ ਆਪਣੇ ਅੱਛੇ ਤਰੀਕੇ ਨਾਲ ਫਾਈਲ ਰੈਡੀ ਕਰਦਾ ਹੈ, ਬਟ ਉਹ ਜਿਹਨੇ ਕੰਪਿਊਟਰ ਸਰਟੀਫਿਕੇਟ ਲਾਇਆ ਸੀ ਹੀ ਗੋਟ ਡਿਕਲਾਈਨਡ, ਔਰ ਜਿਹਨੇ ਕੁਝ ਨਹੀਂ ਸੀ, ਸਿੰਪਲ ਸੱਚ ਬੋਲਿਆ ਸੀਗਾ ਕਿ ਮੇਰੀ ਇਹ ਪੋਜੀਸ਼ਨ ਹੈ, ਇਹਦੇ ਕਰਕੇ ਮੇਰਾ ਗੈਪ ਪਿਆ, ਪਰ ਹੁਣ ਮੈਂ ਕੈਰੀਅਰ ਮੇਰਾ ਗੋਲ ਹੈ, ਇਸ ਕਰਕੇ ਮੈਂ ਕੋਰਸ ਚੂਜ਼ ਕੀਤਾ ਹੈ ਐਂਡ ਆਈ ਗੋਟ ਵੀਜ਼ਾ। ਸੋ ਗੈਪ ਦੀ ਐਕਸਪਲੇਨੇਸ਼ਨ ਜਿਹੜੀ ਹੈ ਤੁਸੀਂ ਜੈਨੂਇਨ ਤਰੀਕੇ ਨਾਲ ਦਿਓ, ਇਸ ਤਰੀਕੇ ਨਾਲ ਨਾ ਦਿਓ ਕਿ ਤੁਹਾਡਾ ਵੀਜ਼ਾ ਜਿਹੜਾ ਹੈ ਉਹ ਵੀਜ਼ਾ ਅਫਸਰ ਨੂੰ ਸ਼ੱਕ ਹੋਇਆ ਵੀ ਇਹ ਜਸਟ ਹੀ ਹੈਜ਼ ਫਿਲਡ ਦ ਗੈਪ ਔਰ ਹੀ ਹੈਜ਼ ਅਟੈਚਡ ਦ ਸਰਟੀਫਿਕੇਟ ਜਸਟ ਫॉर द ਸੇਕ ਆਫ ਫਿਲਿੰਗ ਦ ਗੈਪ। ਸੋ ਯੂ ਨੀਡ ਨਾਟ ਗੋ ਐਨੀ ਵੇ ਫॉर दैट। ਕਈ ਵਾਰੀ ਬੱਚੇ ਫੇਕ ਸਰਟੀਫਿਕੇਟ ਲਗਾਉਂਦੇ ਨੇ, ਫੇਕ ਗੈਪ ਫਿਲ ਕਰਦੇ ਨੇ, ਉਸ ਚੀਜ਼ ਨੂੰ ਅਵੋਇਡ ਕਰੋ, ਦੈਟ ਇਜ਼ ਇਨਕਰੈਕਟ। 5th ਚੀਜ਼ ਜਿਹੜੀ ਮੈਂ ਡਿਸਕਸ ਕਰਨਾ ਚਾਹੂੰਗਾ ਉਹ ਹੈ ਕਿ ਪ੍ਰੋਪਰ ਐਕਸਪੀਰੀਅੰਸ ਡਾਕੂਮੈਂਟੇਸ਼ਨ। ਕਾਫੀ ਬੱਚੇ ਸਾਡੇ ਕੋਲ ਆਉਂਦੇ ਨੇ ਗ੍ਰੈਜੂਏਸ਼ਨ ਦੇ ਬਾਅਦ, ਜਾਂ ਉਹਨਾਂ ਨੇ MBA ਕੀਤੀ ਹੁੰਦੀ ਹੈ ਜਾਂ ਮਾਸਟਰਸ ਕੀਤੀ ਹੁੰਦੀ ਹੈ, ਜਾਂ +2 ਦੇ ਬਾਅਦ ਵੀ ਉਹਨਾਂ ਦਾ ਕਈ ਗੈਪ ਹੁੰਦਾ ਹੈ, ਤਾਂ ਉਹਨਾਂ ਨੇ ਜੌਬ ਕੀਤੀ ਹੁੰਦੀ ਹੈ।
ਜੌਬ ਜੈਨੂਇਨ ਕੀਤੀ ਹੁੰਦੀ ਹੈ, ਬਟ ਜੌਬ ਦੇ ਇਹਨੂੰ ਐਕਸਪਲੇਨ ਕਰਨ ਵਾਸਤੇ ਤੁਹਾਡੀ ਡਾਕੂਮੈਂਟੇਸ਼ਨ ਚੀਜ਼ਾਂ ਨੇ ਉਹ ਜ਼ਰੂਰੀ ਹੋਣੀ ਚਾਹੀਦੀਆਂ ਨੇ। ਲਾਈਕ ਤੁਹਾਡਾ ਆਈ ਕਾਰਡ ਹੈ, ਤੁਹਾਡਾ ਅਗਰ EPF ESI ਤੁਹਾਡਾ ਜਿਹੜਾ ਪੁਰਾਣੀ ਕੰਪਨੀ ਉਹ ਕੱਟਦੀ ਹੋ ਤੁਸੀਂ ਜ਼ਰੂਰ ਦਿਓ। ਜੇ ਤੁਹਾਡੀ ਸੈਲਰੀ ਅਕਾਊਂਟ ਦੇ ਵਿੱਚ ਆ ਰਹੀ ਸੀ ਉਸ ਬੈਂਕ ਦੀ ਸਟੇਟਮੈਂਟ ਲਗਾਓ। ਤੁਸੀਂ ਆਪਣੇ EMPLOYER ਕੋਲ ਜਿਹੜੀ ਅਪਾਇੰਟਮੈਂਟ ਲੈਟਰ ਮਿਲੀ ਸੀ, ਕੋਈ ਤੁਹਾਨੂੰ ਉਹਦੇ ਦਰਮਿਆਨ ਐਪਰੀਸੀਏਸ਼ਨ ਲੈਟਰਸ ਮਿਲੀਆਂ ਨੇ, ਉਹ ਤੁਸੀਂ ਜ਼ਰੂਰ ਲਗਾਓ। ਤਾਂ ਆਪਣਾ ਆਈ ਕਾਰਡ ਤੁਸੀਂ ਲਗਾ ਸਕਦੇ ਹੋ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਬੋਲਿਆ ਹੈ। ਸੋ ਦੇਰ ਆਰ ਸੋ ਮੈਨੀ ਥਿੰਗਸ। ਤੁਹਾਨੂੰ ਤੁਹਾਡੇ ਕਲਾਇੰਟਸ ਕੋਲੋਂ ਕੋਈ ਐਪਰੀਸੀਏਸ਼ਨ ਲੈਟਰਸ ਮਿਲੀਆਂ ਨੇ, ਤੁਸੀਂ ਉਹ ਦਿਓ। ਤੁਹਾਡੇ ਕੰਪਨੀ ਦੀ ਵੈਬਸਾਈਟ ਤੇ ਤੁਹਾਡਾ ਨਾਂ ਹੋਏਗਾ, ਤੁਸੀਂ ਉਹ ਦਿਓ। ਤੁਹਾਡਾ ਕੰਪਨੀ ਤੁਹਾਨੂੰ ਕੋਈ ਵਿਜ਼ਿਟਿੰਗ ਕਾਰਡ ਦਿੱਤਾ ਹੋਏਗਾ, ਤੁਸੀਂ ਉਹ ਦਿਓ। ਨਾਰਮਲੀ ਕੀ ਕੀਤਾ ਜਾਂਦਾ ਹੈ ਕਿ ਇੱਕ ਸਿਰਫ ਐਕਸਪੀਰੀਅੰਸ ਸਰਟੀਫਿਕੇਟ ਲਾਇਆ, ਇੱਕ ਸੈਲਰੀ ਸਟੇਟਮੈਂਟ ਲਗਾਈ ਤੇ ਦੈਟਸ ਇਟ। ਨਹੀਂ, ਵੀਜ਼ਾ ਆਫਿਸਰ ਕੋਲ ਅਸੀਂ ਆਪ ਨਹੀਂ ਜਾਣਾ ਹੈ ਫਾਈਲ ਲੈ ਕੇ। ਵੀਜ਼ਾ ਅਫਸਰ ਕੋਲ ਸਾਡੀ ਫਾਈਲ ਨੇ ਜਾਣਾ ਹੈ। ਅਗਰ ਡਾਕੂਮੈਂਟੇਸ਼ਨ ਪ੍ਰੋਪਰ ਨਹੀਂ ਹੈ ਤਾਂ ਤੁਹਾਡਾ ਵੀਜ਼ਾ ਡਿਕਲਾਈਨ ਹੋ ਸਕਦਾ ਹੈ। ਚਾਂਸਸ ਆਰ ਔਨ ਦ ਵੈਰੀ ਹਾਇਰ ਸਾਈਡ। ਅਸੀਂ 18 ਸਾਲ ਦੇ ਗੈਪ ਦੇ ਬੱਚੇ ਦਾ ਵੀਜ਼ਾ ਵੀ ਲਿਆ ਸੀ। ਸਟਿਲ ਰਿਮੈਂਬਰ ਸ਼ਸ਼ੀ ਚੰਦਰਾ ਕਰਕੇ ਇੱਕ ਲੜਕੀ ਸੀਗੀ। ਵੀ ਗॉट ਹਰ ਵੀਜ਼ਾ, ਬਟ that was because we explained the gap in a proper way and we got the visa। ਵੀਜ਼ਾ ਅਫਸਰ ਨੂੰ ਕੋਈ ਦਿੱਕਤ ਨਹੀਂ ਹੈ। ਅਗਰ ਤੁਹਾਡੀ ਡਾਕੂਮੈਂਟੇਸ਼ਨ ਪ੍ਰੋਪਰ ਹੈ, ਤੁਹਾਡਾ ਪ੍ਰੋਫਾਈਲ ਠੀਕ ਹੈ, ਤੁਹਾਡਾ ਕੋਰਸ ਮੈਚਿੰਗ ਹੈ, ਤੇ ਵੀਜ਼ਾ ਆਫਿਸਰ ਵੀਜ਼ਾ ਦਿੰਦੇ ਨੇ। ਕਿਉਂਕਿ ਜਿਹਦਾ ਨਾਂ ਹੀ ਵੀਜ਼ਾ ਆਫਿਸਰ ਹੈ, ਇਟ ਮੀਨਸ ਉਹ ਬੈਠਾ ਹੀ ਵੀਜ਼ਾ ਦੇਣ ਵਾਸਤੇ ਹੈ, ਬਸ਼ਰਤੇ ਕਿ ਤੁਸੀਂ ਵੀਜ਼ੇ ਦੀਆਂ ਸ਼ਰਤਾਂ ਜਿਹੜੀਆਂ ਹੈ ਆਪਣੀਆਂ ਪੂਰੀਆਂ ਕਰੋ। ਸੋ ਇਹ 4-5-6 ਚੀਜ਼ਾਂ ਨੇ ਜਿਹੜੀਆਂ ਤੁਸੀਂ ਖਿਆਲ 'ਚ ਰੱਖੋਗੇ ਤੇ ਤੁਹਾਡੀ ਫਾਈਲ ਜਿਹੜੀ ਹੈ ਉਹ ਸਟਰੋਂਗ ਹੋਣ ਦੇ ਬਾਵਜੂਦ ਹੋਰ ਸਟਰੋਂਗ ਹੋ ਜਾਏਗੀ। ਤੁਹਾਡੇ ਵੀਜ਼ਾ ਚਾਂਸਸ ਜਿਹੜੇ ਨੇ ਉਹ ਮੈਕਸਿਮਮ ਹੋ ਜਾਣਗੇ, ਡਿਕਲਾਈਨ ਦੇ ਚਾਂਸਸ ਮਿਨੀਮਮ ਹੋ ਜਾਣਗੇ। ਕਿਹੜੇ ਬੱਚੇ ਪੁੱਛਦੇ ਬੱਚੇ ਸਰ ਜੀ ਇਤਨਾ ਇਹਨਾਂ ਗੱਲਾਂ ਦਾ 100% ਵੀਜ਼ਾ ਆ ਜਾਏਗਾ? ਨਹੀਂ ਬੇਟਾ, 100% ਕੁਝ ਨਹੀਂ ਹੈ, ਗਰੰਟਡ ਕੁਝ ਨਹੀਂ ਹੈ, ਬਟ ਅਸੀਂ ਇਹ ਚੀਜ਼ਾਂ ਲਗਾਉਂਦੇ ਹਾਂ। ਔਰ ਇਸੇ ਕਰਕੇ ਹੀ ਪਿਛਲੇ ਕੋਵਿਡ ਤੋਂ ਪਹਿਲਾਂ ਅਗਰ ਗੱਲ ਕਰਾਂ ਤੇ ਲਾਸਟ ਇਨਟੇਕ ਸਾਡੇ SDS ਦੇ ਅੰਡਰ ਵੀ ਹੈਡ ਗॉट 100% ਅਪਰੂਵਲ ਰੇਟ, and because of these factors we included in that application। so ਇਹ ਚੀਜ਼ਾਂ ਨੇ ਬੜਾ ਜਿਹਨਾਂ ਨੂੰ ਧਿਆਨ ਰੱਖੋ and we are always there to help you। thank you very much।